प्रेज़ द लॉर्ड। खुदा ਦਾ ਲੱਖ ਲੱਖ ਸ਼ੁਕਰ ਹੈ ਕਿ ਯਿਸੂ ਕੁਝ ਵੀ ਕਰ ਸਕਦਾ ਵਿੱਚ ਮੈਂ ਅੱਜ ਫਿਰ ਤੁਹਾਡੇ ਵਾਸਤੇ ਮਿਸਟਰੀ ਆਫ ਫੇਥ ਕਿ ਯਕੀਨ ਦੀਆਂ ਈਮਾਨ ਦੀਆਂ ਵੱਖੋ ਵੱਖ ਪਰਤਾਂ ਇਹ ਲੈ ਕੇ ਹਾਜ਼ਰ ਹੋਏ ਹਾਂ। ਅੱਜ ਇਹਦੇ ਵਿੱਚ ਅਸੀਂ ਦੇਖਣਾ ਹੈ ਦ ਹੋਲੀ ਸਪਿਰਿਟ ਐਂਡ ਦ ਸੁਪਰਨੈਚੁਰਲ ਫੇਥ ਕਿ ਪਵਿੱਤਰ ਆਤਮਾ ਤੇ ਅਤ ਮਹਾਨ ਈਮਾਨ। The Holy Spirit is the last helper. God the Father was the first helper to be revealed to humanity. Then come God the Son, the second helper. Finally, the God, the Holy Spirit, is the third helper promised by the Lord Jesus, who said, ਪਵਿੱਤਰ ਆਤਮਾ ਸਾਡੇ ਲਈ ਜਿਹੜਾ ਉਹ ਆਖਿਰ ਮਦਦਗਾਰ ਹੈ। ਖੁਦਾ ਜੋ ਪਿਤਾ ਹੈ ਉਹ ਪਹਿਲਾ ਮਦਦਗਾਰ ਹੈ ਐਂਡ ਜੋ ਕਿ ਇਨਸਾਨੀਅਤ ਦੇ ਉੱਤੇ ਜ਼ਾਹਿਰ ਹੋਇਆ ਐਂਡ ਗੋਡ ਦ ਸਨ ਉਹ ਸਾਡੇ ਲਈ ਸੈਕੰਡ ਮਦਦਗਾਰ ਹੈ ਐਂਡ ਹੋਲੀ ਸਪਿਰਿਟ ਸਾਡੇ ਕੋਲ ਥਰਡ ਮਦਦਗਾਰ ਹੈ। ਅਸੀਂ ਬੈਪਟਿਸਟ ਜੌਨ ਗੋਸਪਲ ਆਫ ਜੌਨ ਉਹਦੇ ਵਿੱਚ ਅਸੀਂ ਉਹਦੇ 14ਵੇਂ ਚੈਪਟਰ ਦੀ 16ਵੀਂ ਤੇ 17ਵੀਂ ਆਇਤ ਜਿਹੜੀ ਹੈ ਨਾ ਉਹਨੂੰ ਦੇਖਣਾ। ਉਹਦੇ 'ਚ ਕੀ ਕਿਹਾ And I will pray the Father and he will give you another helper that he may abide with you forever, the Spirit of truth whom the world cannot receive because it neither see him or know him, but you know him, for he dwells with you and will be in you। ਕੀ ਕਿਹਾ ਗਿਆ ਇਹਦੇ 14ਵੇਂ ਤੇ 16ਵੇਂ ਤੇ 17ਵੇਂ ਭਾਗ ਦੇ ਵਿੱਚ ਕਿਹਾ ਗਿਆ ਹੈ ਕਿ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਅਗਰ ਤੁਸੀਂ ਤੇ ਮੈਂ ਆਪਣੇ ਪਿਤਾ ਕੋਲੋਂ ਮੰਗਾਂਗਾ ਤੇ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ, ਦੂਸਰਾ ਮਦਦਗਾਰ ਬਖਸ਼ੇਗਾ ਵੀ ਉਹ ਹਮੇਸ਼ਾ ਤੁਹਾਡੇ ਕੋਲ ਰਹੇ, ਅਰਥਾਤ ਸੱਚਾਈ ਦਾ ਉਹ ਆਤਮਾ ਜਿਸ ਨੂੰ ਦੁਨੀਆ ਪਾ ਨਹੀਂ ਸਕਦੀ ਕਿਉਂ ਜੋ ਉਹ ਉਸ ਨੂੰ ਵੇਖਦੀ ਹੀ ਨਹੀਂ ਤੇ ਨਾ ਹੀ ਉਸ ਨੂੰ ਜਾਣਦੀ ਹੈ, ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿ ਕਿਉਂਕਿ ਉਹ ਤੁਹਾਡੇ ਅੰਗ ਸੰਗ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ। ਅਸੀਂ ਇਸੇ ਤਰ੍ਹਾਂ ਦੇਖਣਾ The Lord Jesus wanted his disciple to know about the substitute that was going to guide him, and so he continued saying, these things I have spoken to you while being present with you, but the helper, the Holy Spirit, whom the Father will send in my name, he will teach you all things and bring to your remembrance all things that I said to you। ਅਸੀਂ ਇਸੇ ਦੇ ਚੈਪਟਰ ਦੀ 25ਵੇਂ ਤੇ 6ਵੀਂ ਆਇਤ ਨੂੰ ਦੇਖਣ ਲੱਗਿਆ। 14 ਗੋਸਪਲ ਆਫ ਜੌਨ ਯਹੋਨਾ ਬੈਪਟਿਜ਼ਮ ਦੀ ਅਸੀਂ 14ਵੇਂ ਚੈਪਟਰ ਦੀ 25ਵੀਂ ਤੇ 26ਵੀਂ ਆਇਤ ਨੂੰ ਦੇਖਣ ਲੱਗੇ। ਇਹ ਗੱਲਾਂ ਮੈਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਕਹੀਆਂ ਸਨ ਕਿ ਉਹ ਦੂਸਰਾ ਸਹਾਇਕ ਮਦਦਗਾਰ ਅਰਥਾਤ ਪਵਿੱਤਰ ਆਤਮਾ ਜਿਹਨੂੰ ਮੈਂ ਪਿਤਾ ਮੇਰੇ ਨਾਮ ਉੱਤੇ ਭੇਜੇਗਾ ਤੁਹਾਨੂੰ ਸਭ ਕੁਝ ਸਿਖਾ ਲੇਗਾ ਅਤੇ ਸਭ ਕੁਝ ਜੋ ਮੈਂ ਤੁਹਾਨੂੰ ਆਖਿਆ ਤੁਹਾਨੂੰ ਚੇਤੇ ਵੀ ਕਰਾਵੇਗਾ ਅਤੇ ਮੈਂ ਤੁਹਾਨੂੰ ਸੁੱਖ ਸ਼ਾਂਤੀ ਤਸੱਲੀ ਦੇ ਜਾਂਦਾ ਹਾਂ। ਆਪਣੀ ਸੁੱਖ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਇਹ ਉਸ ਤਰ੍ਹਾਂ ਦੀ ਨਹੀਂ, ਮੈਂ ਉਸ ਤਰ੍ਹਾਂ ਦੀ ਸੁੱਖ ਸ਼ਾਂਤੀ ਤੁਹਾਨੂੰ ਨਹੀਂ ਦਿੰਦਾ ਤਾਂ ਕਿ ਤੁਹਾਡਾ ਦਿਲ ਨਾ ਘਬਰਾਏ ਤੇ ਇਹ ਨਾ ਡਰੇ। ਅਸੀਂ ਇਹ ਦੇਖਿਆ। After these words, the Lord took the 11 disciples to another place where he made a farewell speech in the goal of preparation them for the coming of the helper। ਇਹਨਾਂ ਲਫ਼ਜ਼ਾਂ ਇਹਨਾਂ ਕਲਾਮ ਦੇ ਇਹਨਾਂ ਵਚਨਾਂ ਤੋਂ ਬਾਅਦ ਖੁਦਾਮ ਯਿਸੂ ਮਸੀਹ 11 ਜਿਹੜੇ ਉਹਦੇ ਚੇਲੇ ਆ ਡਿਸਾਈਪਲ ਉਹਨਾਂ ਨੂੰ ਇੱਕ ਇਹੋ ਜਿਹੀ ਜਗ੍ਹਾ 'ਤੇ ਲੈ ਗਿਆ ਜਿੱਥੇ ਉਹਨਾਂ ਨੇ ਉਹਨਾਂ ਨੂੰ ਫੇਅਰਵੈਲ ਭਾਵ ਵਿਦਾਇਗੀ ਦੀ ਸਪੀਚ ਦਿੱਤੀ ਐਂਡ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਕਿ ਜਿਹੜਾ ਆਉਣ ਵਾਲਾ ਹੈ ਮਦਦਗਾਰ ਉਹ ਤੁਹਾਨੂੰ ਕਿਸ ਤਰੀਕੇ ਦੇ ਨਾਲ ਸੰਭਾਲੇਗਾ। It's important to note that the Lord Jesus focused on Holy Spirit, his coming and work only at the end of his ministry. He may have done this to prevent Judas Iscariot and other unprepared people from having access to such important information. He spoke about the Holy Spirit in detail, saying, ਅਸੀਂ ਫਿਰ ਦੁਬਾਰਾ ਮਤਲਬ ਉਸ 26ਵੀਂ ਆਇਤ ਨੂੰ ਦੇਖਣਾ ਹੈ। But when the helper comes, whom I shall send to you from the Father, the Spirit of the truth, who proceed from the Father, he will testify of me। ਕੀ ਕਿਹਾ ਕਿ ਜਦੋਂ ਸਹਾਇਕ ਅਰਥਾਤ ਪਵਿੱਤਰ ਆਤਮਾ ਜਿਹਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ, ਦੂਸਰਾ ਸਹਾਇਕ ਜਿਹਨੂੰ ਪਵਿੱਤਰ ਆਤਮਾ ਮੇਰੇ ਨਾਮ 'ਤੇ ਘੱਲੇਗਾ तो ਤੁਹਾਨੂੰ ਸਭ ਕੁਝ ਸਿਖਾ ਲੇਗਾ ਜੋ ਕੁਝ ਮੈਂ ਤੁਹਾਨੂੰ ਆਖਿਆ ਚੇਤੇ ਕਰਵਾਵੇਗਾ। ਦ ਥਰਡ ਹੈਲਪਰ ਕਿ ਮਤਲਬ ਤੀਸਰੇ ਮਦਦਗਾਰ ਦੀ ਗੱਲ ਹੋ ਗਈ। Nevertheless,
ਇੱਥੇ ਕਿਹਾ ਹੈ ਕਿ ਇੱਥੇ ਯਹੂਦਾ ਦੇ ਬਾਰੇ 'ਚ ਗੱਲ ਹੋਈ ਆ ਕਿ ਜਦੋਂ ਯਹੂਦਾ ਇਸਕਰਿਓਤੀ ਨੇ ਮਤਲਬ ਜਿਹੜਾ ਕੁਛ ਉਹਨੇ ਧੋਖਾ ਧੜੀ ਕਰਨੀ ਸੀ ਉਹਦੇ ਬਾਰੇ ਵਿੱਚ ਜੋ ਕੁਛ ਉਹਨੇ ਕੀਤਾ, ਤੇ ਈਵਨ ਉਹਦੇ ਬਾਵਜੂਦ ਵੀ ਮਤਲਬ ਪਾਕਰੂ ਨੇ ਉਹਨੂੰ ਇੱਕ ਕਰ ਲੈਣ ਦਿੱਤਾ, ਕਿਉਂਕਿ ਇਹ ਹੋਣਾ ਜ਼ਰੂਰੀ ਸੀ, ਕਿਉਂਕਿ ਜਦੋਂ ਤੱਕ ਇਹ ਨਹੀਂ ਹੁੰਦਾ ਤੇ ਉਦੋਂ ਤੱਕ ਖੁਦਾਵੰਦ ਆਪਣੇ ਉਸ ਕੰਮ ਉੱਤੇ ਜਿਹੜੇ ਲਈ ਉਹਨਾਂ ਨੇ ਜਾਣਾ ਸੀ ਉੱਥੇ ਨਹੀਂ ਸੀ ਜਾ ਸਕਦੇ। Nevertheless, I tell you the truth, it's to your advantage that I go away, for I do not go away, the helper will not come to you, but if I depart, I will send him to you, and when he has come, he will convict the world of sin and the righteousness and the judgment of sin, because they do not believe in me, of righteousness, because I go to my Father and you see me no more, of judgment, because the ruler of this world is judged। ਇੱਥੇ ਅਸੀਂ ਦੇਖ ਰਹੇ ਹਾਂ 16ਵੇਂ ਚੈਪਟਰ ਜਿਹੜਾ ਗੋਸਪਲ ਆਫ ਜੌਨ, ਉਹਦੀ ਅਸੀਂ 7ਵੀਂ ਜਿਹੜੀ ਆਇਤ ਆ ਉਹ ਤੋਂ ਲੈ ਕੇ 14ਵੀਂ ਆਇਤ ਤੱਕ ਪੜ੍ਹ ਰਹੇ ਹਾਂ। I will still have many things to say, but you cannot hear them now. However, when the Spirit of truth has come, he will guide you into the truth, for he will not speak on his own authority, but whatever he hears, he will speak, and he will tell you things to come. He will glorify me, so he will take off what's mine and declare it to you। The 16ਵੇਂ ਜਿਹੜਾ ਚੈਪਟਰ ਉਹਦੀ 7 ਤੋਂ ਲੈ ਕੇ 14 ਤੱਕ ਮੈਂ ਤੁਹਾਡੇ ਨਾਲ ਪੜ੍ਹਨ ਲੱਗੀ ਹਾਂ, ਜਿਹਦੇ ਵਿੱਚ ਕਿਹਾ ਹੈ ਕਿ ਮੈਂ ਤੁਹਾਨੂੰ ਸੱਚ ਕਹਿਣਾ ਹੈ ਕਿ ਮੇਰਾ ਜਾਣਾ ਤੁਹਾਡੇ ਲਈ ਚੰਗਾ ਹੈ, ਕਿਉਂ ਜੇਕਰ ਮੈਂ ਨਾ ਜਾਵਾਂ ਤੇ ਮਦਦਗਾਰ, ਤੀਸਰਾ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਹ ਤੁਹਾਡੇ ਕੋਲ ਆ ਜਾਵੇਗਾ, ਮੈਂ ਉਹਨੂੰ ਘੱਲ ਦਿਆਂਗਾ। ਉਹ ਆ ਕੇ ਇਸ ਦੁਨੀਆ ਨੂੰ ਪਾਪ, ਧਰਮ ਤੇ ਨਿਆਂ ਦੇ ਬਾਰੇ 'ਚ ਕਾਇਲ ਕਰੇਗਾ। ਪਾਪ ਦੇ ਵਿਖੇ ਇਸ ਲਈ ਜੋ ਗੁਨਾਹ ਦੇ ਬਾਰੇ ਵਿੱਚ ਤੁਹਾਨੂੰ ਸਮਝਾਏਗਾ, ਮੇਰੇ ਉੱਤੇ ਨਿਸ਼ਚਾ ਜਿਹੜੇ ਲੋਕ ਨਹੀਂ ਕਰਦੇ। ਧਰਮ ਦੇ ਵਿਖੇ ਇਸ ਲਈ ਕਿ ਮੈਂ ਬਾਪ ਕੋਲ ਜਾਣਾ ਹੈ ਤੇ ਤੁਸੀਂ ਮੈਨੂੰ ਫਿਰ ਨਹੀਂ ਵੇਖੋਗੇ। ਨਿਆਂ ਦੇ ਵਿਖੇ ਇਸ ਲਈ ਕਿ ਇਸ ਦੁਨੀਆ ਦਾ ਸਰਦਾਰ ਇਸ ਜਗਤ ਦਾ ਚੌਧਰੀ ਜੋ ਦਾ ਨਿਆਂ ਕੀਤਾ ਗਿਆ ਹੈ, ਤੇ ਤੁਹਾਡੇ ਨਾਲ ਬਹੁਤੀਆਂ ਗੱਲਾਂ ਮੈਂ ਕਰਨੀਆਂ ਹਨ, ਪਰ ਤੁਸੀਂ ਤਾਂ ਹੁਣ ਉਹਨਾਂ ਨੂੰ ਸਹਾਰ ਹੀ ਨਹੀਂ ਸਕਦੇ। ਪਰ ਜਦੋਂ ਉਹ ਅਰਥਾਤ ਸੱਚਾਈ ਦਾ ਆਤਮਾ ਪਾਕਰੂ ਪਵਿੱਤਰ ਆਤਮਾ ਆਏਗਾ ਤਾਂ ਉਹ ਸਾਰੀ ਸੱਚਾਈ ਵਿੱਚ ਤੁਹਾਡੀ ਅਗਵਾਈ ਵੀ ਕਰੇਗਾ, ਕਿ ਜੋ ਉਹ ਆਪਣੀ ਵੱਲੋਂ ਨਹੀਂ ਕਹੇਗਾ, ਜੋ ਕੁਝ ਸੁਣੇਗਾ ਸੋ ਹੀ ਆਖੇਗਾ, ਤੇ ਹੋਣ ਵਾਲੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸੇਗਾ ਤੇ ਮੇਰੀ ਵਡਿਆਈ ਕਰੇਗਾ, ਕਿਉਂਕਿ ਮੇਰੀਆਂ ਗੱਲਾਂ ਵਿੱਚੋਂ ਉਹ ਸਭ ਕੁਝ ਲਏਗਾ ਤੇ ਤੁਹਾਨੂੰ ਦੱਸੇਗਾ। ਸਭ ਕੁਝ ਜੋ ਪਿਤਾ ਦਾ ਹੈ ਸੋ ਮੇਰਾ, ਇਸ ਕਾਰਨ ਮੈਂ ਆਖਿਆ ਕਿ ਜਿਹੜੇ ਮੇਰੀਆਂ ਗੱਲਾਂ ਉਹਨਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ। ਹੁਣ ਇੱਥੇ ਸਾਨੂੰ ਖੁਦਾਵੰਦ ਦਾ ਖੁਦਾ ਆਪਣੇ ਬਾਰੇ ਦੇ ਵਿੱਚ ਜਿਹੜੀ ਹੈ ਨਾ ਉਹ ਜਾਣਕਾਰੀ ਦੇ ਰਿਹਾ। ਹੈਲਪਰ ਫਰਮ ਦ ਗ੍ਰੀਕ ਵਰਡ paraclete is the one who give advice, exhort, strengthen, intercede, behalf of stimulate. However, if we examine what the Lord Jesus said about the work of his substitute, the Holy Spirit, we see that he was much more than helper or for the disciple. For example, ਹੁਣ ਇੱਥੇ ਦੇਖਦੇ ਹਾਂ ਕਿ ਜਿਹੜਾ ਮਦਦਗਾਰ ਆ, ਸ਼ਬਦ ਇਹਦਾ ਗ੍ਰੀਕ ਦੇ ਵਿੱਚ ਜਿਹੜਾ ਮਤਲਬ ਹੈਗਾ ਆ ਪੈਰਾਕਲਿਟ, ਇਹਦਾ ਮਤਲਬ ਹੈਗਾ ਹੈ ਜਿਹੜਾ ਸਲਾਹ ਦਿੰਦਾ ਆ, ਜਿਹੜਾ ਤੁਹਾਡੇ ਲਈ ਤੁਹਾਨੂੰ ਤਾਕਤ ਬਖਸ਼ਦਾ ਆ, ਜਿਹੜਾ ਤੁਹਾਡੇ ਬਦਲੇ ਜਾ ਕੇ ਕਰ ਦਿੰਦਾ ਆ, ਜਿਹੜਾ ਤੁਹਾਨੂੰ ਕਰਨ ਦੀ ਤਾਕਤ ਦਿੰਦਾ ਆ, ਜਿਹੜਾ ਤੁਹਾਨੂੰ ਖੜਾ ਕਰ ਦਿੰਦਾ ਉੱਥਾ। ਤੇ ਫਿਰ ਵੀ ਕਿਉਂਕਿ ਖੁਦਾਵੰਦ ਦੇ ਖੁਦਾ ਨੇ ਆਪਣੇ ਉਸ ਗੈਰ ਹਾਜ਼ਰ ਵਕਤ 'ਤੇ ਪਾਕਰੂ ਦਾ ਆਉਣਾ, ਮਦਦਗਾਰ ਭੇਜਣਾ ਐਗਜ਼ਾਮਪਲ ਦੇ ਤੌਰ 'ਤੇ ਇਹ ਹੈਗਾ ਸੀ, ਉਦਾਹਰਨ ਦੇ ਤੌਰ 'ਤੇ। ਦ ਹੋਲੀ ਸਪਿਰਿਟ ਪ੍ਰੋਮਿਸ ਟੂ ਬੀ ਵਿਦ ਦ ਫੋਲੋਅਰ ਆਫ ਦ ਲੋਰਡ ਜੀਸਸ ਕ੍ਰਾਈਸਟ, ਜੌਨ 14 verse 16। ਕਿਉਂਕਿ ਪਾਕਰੂ ਨੇ ਜਿਹੜੇ ਖੁਦਾ ਨੂੰ ਮੰਨਣ ਵਾਲੇ ਲੋਕੀ ਆ, ਉਹਨਾਂ ਦੇ ਨਾਲ ਤੁਰਨ ਵਾਲੇ ਲੋਕੀ, ਉਹਨਾਂ ਦੇ ਲਈ ਭੇਜਿਆ, ਜਿਸ ਤਰ੍ਹਾਂ ਕਿ ਉਹਨੇ ਯਹੋਨਾ ਗੋਸਪਲ ਆਫ ਜੌਨ ਦੀ ਅੰਜੀਲ ਦੇ ਵਿੱਚ 14ਵੇਂ ਚੈਪਟਰ ਦੀ 16ਵੇਂ 'ਚ ਕਿਹਾ, ਹੀ ਕੈਨੋਟ ਕਮ upon the children of the world or people who refuse to follow the Lord Jesus। ਉਹ ਉਹਨਾਂ ਬੱਚਿਆਂ, ਦੁਨੀਆਦਾਰੀ ਦੇ ਬੱਚਿਆਂ ਦੇ ਉੱਤੇ ਨਹੀਂ ਆ ਸਕਦਾ ਜਿਹੜੇ ਖੁਦਾ ਦੇ ਬਚਨ ਨੂੰ ਮੰਨਦੇ ਵੀ ਆ ਤੇ ਪਰ ਉਹਦੇ ਰਾਹਾਂ 'ਤੇ ਨਹੀਂ ਚੱਲਦੇ। ਇਹ ਵੀ ਜਿਸ ਤਰ੍ਹਾਂ ਤੁਸੀਂ ਗੋਸਪਲ ਆਫ ਜੌਨ ਯਹੋਨਾ ਦੀ ਅੰਜੀਲ ਦੇ 14ਵੇਂ ਚੈਪਟਰ ਦੀ 17ਵੀਂ ਆਇਤ ਵਿੱਚ ਇਹ ਤੁਸੀਂ ਦੇਖਿਆ ਹੈ, ਮੈਂ ਤੁਹਾਨੂੰ ਸੁਣਾਇਆ ਪੜ੍ਹ ਕੇ। Not only did he come to be
with those who follow the Lord Jesus Christ. He came to dwell in them. ਇਹ ਅਸੀਂ ਜੌਨ 14 ਦੀ 23ਵੀਂ ਆਇਤ ਵਿੱਚ ਦੇਖਿਆ ਕਿ ਇਹ ਸਿਰਫ ਉਹਨਾਂ ਲੋਕਾਂ ਦੇ ਕੋਲ ਹੀ ਨਹੀਂ ਆਇਆ ਕਿ ਜਿਹੜੇ ਲੋਰਡ ਜੀਸਸ ਕ੍ਰਾਈਸਟ ਨੂੰ ਨਹੀਂ ਜਾਣਦੇ, ਇਹ ਐਕਚੁਅਲੀ ਉਹਨਾਂ ਦੇ ਵਿੱਚ ਜਿਹੜੇ ਜਾਣਦੇ ਆ ਉਹਨਾਂ ਦੇ ਵਿੱਚ ਰਹਿਣ ਲਈ ਆਇਆ. He came to teach the followers of Lord Jesus Christ all things. ਅਸੀਂ ਜੌਨ 14ਵੀਂ ਦੀ 26ਵੀਂ ਆਇਤ ਵਿੱਚ ਦੇਖਿਆ ਕਿ ਉਹ ਖੁਦਾ ਨੂੰ ਮੰਨਣ ਵਾਲੇ, ਉਹਦੇ ਪਿੱਛੇ ਤੁਰਨ ਵਾਲੇ, ਉਹਦੇ ਨਕਸ਼ੇ ਕਦਮ ਤੁਰਨ ਵਾਲਿਆਂ ਦੇ ਨੂੰ ਸਾਰੀਆਂ ਜਿਹੜੀਆਂ ਚੀਜ਼ਾਂ, ਸਾਰੀਆਂ ਮਤਲਬ ਜਿਸ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਹੋਣੀ ਚਾਹੀਦੀ, ਇਹ ਸਮਝਾਉਣ ਲਈ ਆਇਆ. He came to remind the followers of the Lord Jesus about everything he had said to them. John 14:26. ਫਿਰ 14ਵੇਂ ਚੈਪਟਰ ਗੋਸਪਲ ਆਫ ਜੌਨ, ਯੋਹੰਨਾ ਦੀ ਇੰਜੀਲ ਦੇ 14ਵੇਂ ਚੈਪਟਰ 26ਵੀਂ ਆਇਤ ਵਿੱਚ ਇਹ ਵੀ ਕਿਹਾ ਕਿ ਉਹ ਖੁਦਾ ਨੂੰ ਮੰਨਣ ਵਾਲੇ, ਉਹਦੇ ਪਿੱਛੇ ਤੁਰਨ ਵਾਲਿਆਂ ਨੂੰ ਸਾਰਾ ਕੁਝ, ਜਿਹੜਾ ਕੁਝ ਉਹ ਨਹੀਂ ਜਾਣਦੇ ਸੀ, ਸਾਰਾ ਕੁਝ ਦੱਸਣ ਲਈ ਆਇਆ. He came to convict those who do not follow the Lord Jesus Christ of their greatest sin, rejecting Jesus as the only Lord and Savior. ਅਸੀਂ ਇਹ ਜੌਨ 16ਵੇਂ ਦੀ 8ਵੇਂ ਵਿੱਚ ਦੇਖਿਆ ਕਿ ਇਹ ਉਹਨਾਂ ਨੂੰ ਵੀ ਆਇਆ ਦੱਸਣ ਲਈ ਕਿ ਜਿਹੜੇ ਖੁਦਾਵੰਦ ਯਿਸੂ ਮਸੀਹ ਨੂੰ ਨਹੀਂ ਮੰਨਦੇ, ਪਿੱਛੇ ਉਹਦੇ ਨਹੀਂ ਚੱਲਦੇ, ਉਹਨੂੰ ਰਿਜੈਕਟ ਕਰਨਾ ਕਿੰਨਾ ਵੱਡਾ ਗੁਨਾਹ ਹੈ ਅਤੇ ਉਹ ਤੁਸੀਂ ਜਿਹੜੀ ਨਜਾਤ ਆ ਉਹਦੇ ਤੋਂ ਪਰੇ ਹੋ ਜਾਂਦੇ ਹੋ, ਐਂਡ ਇਹ ਤੁਹਾਡੇ ਲਈ ਕਿੰਨਾ ਨੁਕਸਾਨਦੇਹ ਹੈ. He came to convince unbelievers of the fact that the Lord Jesus Christ is the Son of the living God, and that he made a sacrifice to justify those who believe in him, and all of their heart strengthen and understanding. ਅਸੀਂ ਗੋਸਪਲ ਆਫ ਜੌਨ, ਯੋਹੰਨਾ ਦੀ ਇੰਜੀਲ ਦੇ 16ਵੇਂ ਚੈਪਟਰ ਦੇ 8ਵੀਂ ਆਇਤ ਦੇ ਵਿੱਚ ਇਹ ਵੀ ਦੇਖਿਆ ਕਿ ਇਹ ਜਿਹੜੇ ਨਹੀਂ ਖੁਦਾ ਨੂੰ ਜਾਣਦੇ ਉਹਨਾਂ ਨੂੰ ਇਹ ਉਹਦੇ ਬਾਰੇ 'ਚ ਜਾਣਕਾਰੀ ਦੇਣ ਲਈ ਆਇਆ ਕਿ ਖੁਦਾਵੰਦ ਯਿਸੂ ਮਸੀਹ ਇਹ ਬਾਪ, ਮਤਲਬ ਇਹ ਪੁੱਤਰ ਹੈ ਖੁਦਾ ਦਾ, ਅਤੇ ਇਹਨੇ ਆਪਣਾ ਆਪ ਕੁਰਬਾਨੀ ਕਰਕੇ ਉਹਨੂੰ ਤੁਹਾਡੇ ਸਾਹਮਣੇ ਦਿਖਾ ਦਿੱਤਾ, ਜੋ ਕੁਛ ਕਿਹਾ ਉਹ ਕਰਕੇ ਦਿਖਾ ਦਿੱਤਾ, ਤਾਂ ਕਿ ਅਸੀਂ ਉਹਨੂੰ ਪੂਰੇ ਦਿਲ ਦੇ ਨਾਲ, ਪੂਰੀ ਤਾਕਤ ਦੇ ਨਾਲ ਅਤੇ ਪੂਰੀ ਸਮਝ ਦੇ ਨਾਲ ਮੰਨੀਏ, ਅਤੇ ਫਿਰ ਅਸੀਂ ਇਹ ਸਾਡੇ ਲਈ ਵੀ ਇੱਕ ਕੁਰਬਾਨੀ ਤੋਂ ਘੱਟ ਨਹੀਂ, ਕਿਉਂਕਿ ਉਹ ਜਿਹੜੇ ਨਹੀਂ ਜਾਣਨਾ ਚਾਹੁੰਦੇ ਉਹ ਜਾਣਨ ਤੱਕ ਇਹ ਕੁਰਬਾਨੀਆਂ. He came to convince unbelievers that their father and deceiver Satan has already been condemned, to take of fire brimstone where he will be tormented day and night forever and ever. John 16 in the verse 8 and Revelation 20 the 10th. ਫਿਰ ਇਹਦੇ ਵਿੱਚ ਦੇਖਿਆ ਕਿ ਉਹਨਾਂ ਲੋਕਾਂ ਨੂੰ ਜਿਹੜੇ ਨਹੀਂ ਖੁਦਾ ਦੇ ਵਿੱਚ ਤੁਰਦੇ, ਉਹਨਾਂ ਨੂੰ ਫਰਕ ਦੱਸਣ ਆਇਆ ਕਿ ਪਿਤਾ ਕੌਣ ਹੈ, ਐਂਡ ਸ਼ੈਤਾਨ ਪਿਤਾ ਬਚਾਉਣ ਵਾਲਾ ਆ, ਅਤੇ ਜਿਹੜੇ ਨਹੀਂ ਉੱਤੇ ਯਕੀਨ ਕਰਦੇ ਉਹਨਾਂ ਨੂੰ ਜਿਹੜਾ ਸ਼ੈਤਾਨ ਆ ਉਹਦੇ ਹੱਥ, ਜਿਹੜਾ ਕਿ ਧੋਖੇਬਾਜ਼ ਆ, ਉਹਨਾਂ ਦੇ ਕੋਲੋਂ ਬਚਾਉਣ ਲਈ ਉਹ ਆਇਆ. ਪਰ ਫਿਰ ਵੀ ਉਹਨਾਂ ਨੇ ਉਹਨੂੰ ਠੁਕਰਾ ਦਿੱਤਾ ਆ, ਅਤੇ ਉਹ ਕਿਹਦੇ ਬਦਲੇ ਠੁਕਰਾਇਆ? ਅੱਗ ਦੀ ਜਿਹੜੀ ਝੀਲ, ਉਹਦੇ ਲਈ ਉਹਨਾਂ ਨੂੰ ਠੁਕਰਾ ਦਿੱਤਾ, ਜਿੱਥੇ ਕਿ ਹਮੇਸ਼ਾ ਉਹਨਾਂ ਦੀ ਜ਼ਿੰਦਗੀ ਦਿਨ ਰਾਤ ਜਿਹੜੀ ਆ ਉਹ ਉਬਲਦੀ ਰਹੇਗੀ, ਅਤੇ ਉਹਨਾਂ ਦੀ ਜਿਹੜੀ ਆ ਨਾ ਉਹ ਮਰੇਗੀ ਅਤੇ ਨਾ ਹੀ ਮੌਤ ਵੀ ਉਹਨਾਂ ਦੇ ਨੇੜੇ, ਉਹ ਹਮੇਸ਼ਾ ਜ਼ਿੰਦਾ ਰਹਿਣ ਵਾਲੀ ਜ਼ਿੰਦਗੀ. ਇਹ ਹੀ ਅਸੀਂ ਜਿਹੜੀ ਮੁਕਾਸ਼ਵਾ ਦੀ ਕਿਤਾਬ ਉਹਦੇ 20ਵੇਂ ਚੈਪਟਰ 10ਵੇਂ ਵਿੱਚ ਵੀ ਦੇਖ ਸਕਦੇ ਹਾਂ. The Holy Spirit came to guide those who believe and obey the word of the Lord Jesus Christ into all truth. ਇਹ ਅਸੀਂ ਯੋਹੰਨਾ ਦੀ ਇੰਜੀਲ ਦੇ 16ਵੇਂ ਚੈਪਟਰ 13ਵੇਂ ਵਿੱਚ ਦੇਖਦੇ ਹਾਂ ਕਿ ਪਾਕਰੂ ਉਹਨਾਂ ਨੂੰ ਪਵਿੱਤਰ ਆਤਮਾ ਗਾਈਡ ਕਰਨ ਲਈ ਆਇਆ, ਜਿਹੜੇ ਬਚਨ ਦੇ ਉੱਤੇ ਉਹਦਾ ਕਹਿਣਾ ਮੰਨ ਕੇ ਉਹਦੇ ਉੱਤੇ ਚੱਲਦੇ ਆ, ਐਂਡ ਜਿਹੜੇ ਖੁਦਾਵੰਦ ਯਿਸੂ ਮਸੀਹ ਨੂੰ ਸੱਚ ਮੰਨਦੇ ਆ, ਉਹਨਾਂ ਉੱਤੇ ਉਹਨਾਂ ਨੂੰ ਮਦਦ ਕਰਨ ਲਈ ਆਇਆ. He came to proclaim all that he has heard and to tell us about those things which are to come. John 16:13. ਫਿਰ ਇਹੀ ਯੋਹੰਨਾ ਦੀ ਇੰਜੀਲ ਦੇ 16 ਚੈਪਟਰ 13ਵੀਂ ਆਇਤ ਮੁਤਾਬਿਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਆਇਆ, ਜਿਹੜੀਆਂ ਆਉਣ ਵਾਲੀਆਂ ਨੇ ਅਤੇ ਜਿਹੜੀਆਂ ਆ ਚੁੱਕੀਆਂ ਨੇ, ਜਿਹੜੀਆਂ ਉਹਨੇ ਸੁਣੀਆਂ ਅਤੇ ਉਹਨੇ ਸਾਨੂੰ ਦੱਸੀਆਂ. He came to glorify his son Jesus. ਉਹ ਪਿਤਾ ਪੁੱਤਰ ਦੇ ਨਾਂ ਨੂੰ ਗਲੋਰੀਫਾਈ ਕਰਨ ਲਈ ਆਇਆ, ਜਿਹੜਾ ਕਿ ਅਸੀਂ ਜੌਨ 16 ਦੀ 14ਵੇਂ ਚੈਪਟਰ ਦੇ ਵਿੱਚ ਦੇਖ ਸਕਦੇ ਹਾਂ. ਉਹ ਮੇਰੀ ਵਡਿਆਈ ਕਰੇਗਾ ਕਿਉਂਕਿ ਉਹ ਮੇਰੀਆਂ ਗੱਲਾਂ ਵਿੱਚ ਲਏਗਾ ਅਤੇ ਉਹ ਮੈਨੂੰ ਉਹ ਤੁਹਾਨੂੰ ਦੱਸੇਗਾ. ਸੋ ਅਸੀਂ ਇਹਨੂੰ ਪੜ੍ਹਿਆ. The Holy Spirit came to declare his disciple all that
he receives from the Lord Jesus Christ. ਅਸੀਂ 15 'ਚ ਦੇਖਿਆ ਕਿ ਉਹ ਜਿਹੜੇ ਚੇਲੇ ਆ ਜਾਂ ਉਹਦਾ ਖੁਦਾਵੰਦ ਯਿਸੂ ਮਸੀਹ ਦੇ ਪਿੱਛੇ ਚੱਲਣ ਵਾਲੇ ਲੋਕ ਆ, ਇਹ ਉਹਨਾਂ ਨੂੰ ਖੁਦਾ ਦੇ ਬਾਰੇ ਦੇ ਵਿੱਚ ਡਿਕਲੇਰੇਸ਼ਨ ਕਿ ਉਹ ਡਿਕਲੇਅਰ ਕਰਨ ਨੂੰ ਆਇਆ, ਕਿ ਦੱਸਣ ਲਈ ਕਿ ਇਹ ਮੇਰੇ ਆ, ਮਤਲਬ ਇਹ ਚੁਣੇ ਹੋਏ ਮੇਰੇ ਲੋਕ ਆ ਤੇ ਇਹ ਮੇਰੇ ਆ, ਇਹ ਕਰਨ ਲਈ ਇਹਦੇ ਬਾਰੇ 'ਚ ਦੱਸਣ ਲਈ ਆਇਆ। ਹੁਣ ਅਸੀਂ ਦੇਖਦੇ ਹਾਂ ਕਿ ਹੋਲੀ ਸਪਿਰਿਟ, ਅਸੀਂ ਇਹਨੂੰ ਪੁਰਾਣੇ ਯਾਦਨਾਮੇ ਦੇ ਯਸਾਇਆ 61 ਚੈਪਟਰ ਦੀ ਪਹਿਲੀ ਆਇਤ ਨੂੰ ਦੇਖਦੇ ਹਾਂ। The spirit of Lord God is upon me, because the Lord has anointed me to preach good tiding to the poor. ਇਹਦੇ ਵਿੱਚ ਯਸਾਇਆ ਨਬੀ 61ਵੇਂ ਚੈਪਟਰ ਦੀ ਪਹਿਲੀ ਆਇਤ 'ਚ ਕਹਿੰਦਾ ਆ ਕਿ ਪਿਤਾ ਦਾ ਆਤਮਾ ਮੇਰੇ ਉੱਤੇ ਆਇਆ, ਕਿਉਂਕਿ ਉਹਨੇ ਮੈਨੂੰ ਇਹਦੇ ਨਾਲ ਮੱਸਾ ਕੀਤਾ ਕਿ ਮੈਂ ਤੁਹਾਨੂੰ ਖੁਦਾ ਮੇਰੀਆਂ ਚੰਗੀਆਂ ਜਿਹੜੀਆਂ ਚੀਜ਼ਾਂ ਆ, ਉਹ ਜਿਹੜੇ ਦਿਲਾਂ ਦੇ ਹਲੀਮ ਹੈਗੇ ਆ, ਉਹਨਾਂ ਨੂੰ ਦਿਖਾ ਸਕਾਂ, ਉਹਨਾਂ ਨੂੰ ਉਹਦੇ ਨਾਲ ਜੋੜ ਸਕਾਂ। He has sent me to heal the broken hearted and to proclaim liberty to the captives and to opening of the prison to those who are bound. ਉਹ ਜਿਹੜੇ ਕੈਦੀ ਜਿਹੜੇ ਫਸੇ ਹੋਏ ਸੀਗੇ, ਬੰਦ ਹੈਗੇ ਆ ਜੇਲ੍ਹ ਦੀ ਕੈਦ ਵਿੱਚ ਸ਼ੈਤਾਨ ਦੀ, ਉਹਨਾਂ ਨੂੰ ਛੁਡਾਉਣ ਆਇਆ। ਜਿਹੜੇ ਕਬਜ਼ੇ ਵਿੱਚ ਸੀਗੇ ਉਹਨਾਂ ਨੂੰ ਰਿਹਾ ਕਰਨ ਆਇਆ, ਅਤੇ ਜਿਹੜਿਆਂ ਦੇ ਖਿਆਲ ਜਿਹੜੇ ਆ ਉਹ ਬੰਦ ਕੀਤੇ ਹੋਏ ਸੀ ਉਹਨਾਂ ਨੂੰ ਜਗਾਉਣ ਆਇਆ, ਅਤੇ ਜਿਹੜੇ ਟੁੱਟੇ ਦਿਲ ਵਾਲੇ ਆ ਉਹਨਾਂ ਨੂੰ ਜੋੜਨ, ਉਹਨਾਂ ਨੂੰ ਤਸੱਲੀ ਦੇਣ ਵਾਸਤੇ ਆਇਆ। Only after being anointed by the Holy Spirit did the Lord Jesus walk supernatural faith, preach the gospel, heal the sick, deliver those who were oppressed by the devil, and that is exactly what happened to his follower. ਤੇ ਹੁਣ ਇੱਥੇ ਦੇਖਿਆ ਕਿ ਪਾਕਰੂ ਜਿਹੜਾ ਉਹ ਅਨੋਇਟ ਹੋਣ ਤੋਂ, ਪਾਕਰੂ ਨਾਲ ਅਨੋਇਟ ਹੋਣ ਤੋਂ ਬਾਅਦ ਹੀ ਲੋਰਡ ਜੀਸਸ ਕ੍ਰਾਈਸਟ ਨੇ ਜਿਹੜਾ ਉਹ ਸੁਪਰਨੈਚੁਰਲ ਫੇਥ ਹੈਗਾ, ਜਿਹੜਾ ਆਪਾਂ ਕਹਿੰਦੇ ਆਤਮਹਾਨ ਦਾ ਫੇਥ, ਉਹਨੇ ਗੋਸਪਲ ਨੂੰ, ਮਤਲਬ ਕਲਾਮ ਨੂੰ ਸਾਨੂੰ ਸਾਡੇ ਅੱਗੇ ਲਿਆਂਦਾ, ਸਿਖਾਇਆ, ਅਤੇ ਉਹਨਾਂ ਨੂੰ ਹੀਲ ਕੀਤਾ, ਚੰਗਾਈ ਦਿੱਤੀ ਬਿਮਾਰਾਂ ਨੂੰ, ਅਤੇ ਉਹਨੂੰ ਜਿਹੜੇ ਬੰਨੇ ਹੋਏ ਸੀਗੇ ਸ਼ੈਤਾਨ ਦੀਆਂ ਗ੍ਰਿਫਤ ਵਿੱਚ, ਉਹਨਾਂ ਨੂੰ ਵੀ ਉਹਦੇ ਤੋਂ ਰਿਹਾਈ ਦਿੱਤੀ, ਅਤੇ ਉਹ ਜਿਹੜੇ ਉਹਦੇ ਪਿੱਛੇ ਚੱਲਣ ਵਾਲੇ ਆ ਉਹਨਾਂ ਨੂੰ ਤਸੱਲੀ ਦਿੱਤੀ। Everyone born of Spirit of God has supernatural faith to overcome the world. On the other hand, then people have the power but choose not to use it. The following word of the Lord applies. ਹੁਣ ਅਸੀਂ ਯਹੂਨਾ ਚੈਪਟਰ 5 ਦੀ ਪਹਿਲੀ ਤੇ ਦੂਜੀ ਆਇਤ ਜਿਹੜੇ ਉਹਨੂੰ ਦੇਖਣਾ ਆ ਕਿ ਉਹਦੇ ਵਿੱਚ ਕਿਆ ਆ ਕਿ ਜਿਹੜੇ ਮੇਰੇ ਕੋਲ ਆਏ ਆ, ਕਿਆ ਹੈ ਕਿ ਉਹਨਾਂ ਨੂੰ ਦੁਨੀਆ, ਮੈਂ ਤਾਕਤ ਦਿੱਤੀ ਆ ਪਾਕਰੂ ਦੇ ਜ਼ਰੀਏ ਲੋਕਾਂ ਨੂੰ ਕਿ ਉਹ ਸਾਰੀ ਦੁਨੀਆ ਉੱਤੇ ਜਿੱਤ ਪ੍ਰਾਪਤ ਕਰ ਸਕਣ, ਅਤੇ ਪਰ ਲੋਕੀ ਇਸ ਤਾਕਤ ਨੂੰ ਯੂਜ਼ ਕਰਨ ਦੀ ਬਜਾਏ ਅਬਿਊਜ਼ ਕਰਦੇ ਆ, ਅਤੇ ਉਹਨੂੰ ਯੂਜ਼ ਨਹੀਂ ਕਰਦੇ। ਅਤੇ ਜੋ ਨਾ ਗੋਸਪਲ ਆਫ ਜੌਨ ਦੀ 15ਵੇਂ ਚੈਪਟਰ ਦੇ ਵਿੱਚ ਕਿਹਾ ਹੈ ਕਿ ਮੈਂ ਅੰਗੂਰਾਂ ਦੀ ਸੱਚੀ ਵੇਲ ਹਾਂ, ਮੇਰਾ ਪਿਤਾ ਬਾਗਵਾਨ ਹੈ, ਹਰ ਇੱਕ ਟਾਹਣੀ ਜਿਹੜੀ ਮੇਰੇ ਵਿੱਚ ਹੈ ਫਲ ਨਹੀਂ ਦਿੰਦੀ, ਅਤੇ ਉਹ ਉਹਨੂੰ ਲਾਹ ਸੁੱਟਦਾ ਹੈ, ਅਤੇ ਹਰੇਕ ਜੋ ਫਲ ਦਿੰਦੀ ਹੈ ਉਹਨੂੰ ਛਾਂਗਦਾ ਤਾਂ ਕਿ ਉਹ ਹੋਰ ਵੀ ਫਲ ਦੇਵੇ। ਤਾਂ ਜੋ ਤੁਸੀਂ ਉਸ ਬਚਨ ਕਰਕੇ ਜਿਹੜੇ ਮੈਂ ਤੁਹਾਨੂੰ ਕਿਹਾ ਆ, ਸਾਫ਼ ਹੋ ਚੁੱਕੇ ਹੋ, ਤੁਸੀਂ ਮੇਰੇ ਵਿੱਚ ਰਹੋ, ਮੈਂ ਤੁਹਾਡੇ ਵਿੱਚ। ਜਿਸ ਪ੍ਰਕਾਰ ਟਹਿਣੀ ਜੋ ਅੰਗੂਰ ਦੀ ਵੇਲ 'ਚ ਨਾ ਰਹੇ ਤਾਂ ਆਪਣੇ ਆਪ ਫਲ ਨਹੀਂ ਦੇ ਸਕਦੀ, ਇਸ ਪ੍ਰਕਾਰ ਤੁਸੀਂ ਵੀ ਅਗਰ ਮੇਰੇ ਵਿੱਚ ਨਾ ਰਹੇ ਤਾਂ ਫਲ ਨਹੀਂ ਦੇ ਸਕਦੇ। ਸੋ ਸਾਨੂੰ ਖੁਦਾ ਨੇ we have been grafted into the true vine and have become the branches. And so the power of the Spirit of God flow through us and sap circulate through a plant. ਇੱਥੇ ਕਿਹਾ ਹੈ ਕਿ ਅਸੀਂ ਇੱਕ ਟਾਹਣੀ ਜਿਹੜੀ ਆ, ਜਿਸ ਤਰ੍ਹਾਂ ਜਿਹੜੀ ਸੱਚੀ ਬੇਲ ਆ, ਅਸੀਂ ਇੱਕ ਤਰ੍ਹਾਂ ਸਾਨੂੰ ਪਿਓਂਦ ਲੱਗ ਦਿੱਤੀ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅਗਰ ਤੁਸੀਂ ਇੱਕ ਫਲ ਦੇ ਉੱਤੇ ਕੋਈ ਦੂਸਰਾ ਫਲ ਵੀ ਉਹਦੇ ਵਿੱਚ ਤੁਸੀਂ ਉਹਦਾ ਟੇਸਟ, ਅੱਜ ਕੱਲ੍ਹ ਸਾਇੰਸਦਾਨ ਲਾ ਦਿੰਦੇ ਆ, ਅਤੇ ਉਹਦੇ ਨਾਲ ਉਹਨੂੰ ਪਿਓਂਦ ਉਹਦੀ ਦਿੱਤੀ ਜਾਂਦੀ। ਸਾਨੂੰ ਗ੍ਰਾਫਟ ਕੀਤਾ ਗਿਆ, ਸਾਨੂੰ ਖੁਦਾਵੰਦ ਦੀ ਆਪਣੀ ਰੂਹ ਦੇ ਵਿੱਚ, ਰੂਹ ਦੀ ਪਿਓਂਦ ਸਾਨੂੰ ਜਿਹੜੀ ਹੈ ਨਾ ਖੁਦਾ ਨੇ ਦਿੱਤੀ ਆ। ਦ ਸਪਿਰਿਟ ਦੈਟ ਅਨੋਇਟਿਡ the Lord Jesus is the same spirit that anointed his follower, ਹੈ ਨਾ, ਕਿਉਂਕਿ ਖੁਦਾ ਦੀ ਜਿਹੜੀ ਰੂਹ ਆ ਸਾਡੇ ਅੰਦਰ ਜਾਂਦਾ ਹੈ, ਅਤੇ ਅਸੀਂ ਉਹ ਜਿਹੜੀ ਟਾਹਣੀ ਆ, ਉਹ ਸਾਡੀਆਂ ਜਿਹੜੀਆਂ ਨਾੜਾਂ ਆ, ਇਕੱਲੀ ਜਿਹੜੀ ਸਾਡੀਆਂ ਵੇਨਸ ਆ, ਇਹਨਾਂ ਦੇ ਰਾਹੀਂ ਜਿਹੜਾ ਖੂਨ ਜਾਂਦਾ ਆ, ਉਹਦੀ ਪਿਓਨ ਦਿਆ ਹੋਇਆ ਖੂਨ ਹੈ, ਅਤੇ ਕਿਉਂਕਿ ਸਾਨੂੰ ਉਸ ਖੂਨ ਦੇ ਨਾਲ ਅਨੋਇਟੀ ਦਿੱਤੀ ਹੋਈ ਆ।
The spirit that anoints his follower, the branch does not bear fruit, the vine dresser will cut off so the other branches can grow and bear fruit in its place. ਜਿਹੜੀ ਟਾਹਣੀ ਇੱਥੇ ਜਿਸ ਅਸੀਂ ਪੜ੍ਹਿਆ ਕਿ ਫਲ ਨਹੀਂ ਦਿੰਦੀ, ਉਹਨੂੰ ਮਾਲੀ ਜਿਹੜਾ ਉਹ ਕੱਟ ਦਿੰਦਾ ਆ, ਕਿਉਂਕਿ ਜਿਹੜੀਆਂ ਦੂਸਰੀਆਂ ਟਾਹਣੀਆਂ ਆ ਉਹ ਅੱਛੇ ਤਰੀਕੇ ਨਾਲ ਫਲ ਦੇ ਸਕਣ। ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਅਗਰ ਦੁਨਿਆਵੀ ਬਾਗ ਨੂੰ ਉਹਦੇ ਵਿੱਚੋਂ ਜਿਹੜੀਆਂ ਟਾਹਣੀਆਂ ਗਲਤ ਨੇ, ਖਰਾਬ ਨੇ, ਜਾਂ ਉਹਨਾਂ ਨੂੰ ਕੁਛ ਲੱਗ ਗਿਆ ਹੋਇਆ, ਉਹਨਾਂ ਨੂੰ ਕੱਟਣ ਦੀ ਲੋੜ ਪੈਂਦੀ, ਅਤੇ ਸਾਨੂੰ ਦੁਨਿਆਵੀ ਤੇ ਨਾਲ ਸਪਿਰਚੁਅਲ ਰੂਹਾਨੀ ਦੁਨੀਆ ਦੇ ਵਿੱਚ ਵੀ ਜਦੋਂ ਸਾਨੂੰ ਆਪਣੀ ਦੋਸਤੀ ਜਿਹੜੀ ਆ ਉਹ ਕਿਸ ਤਰ੍ਹਾਂ ਦੇ ਲੋਕਾਂ ਨਾਲ ਰੱਖਣੀ ਚਾਹੀਦੀ ਦਾ ਖਿਆਲ ਕਰਨ ਦੀ ਲੋੜ ਆ। ਸਾਨੂੰ ਆਪਣੇ ਖਿਆਲਾਂ ਦੇ ਵਿੱਚੋਂ ਜਿਹੜੇ ਖਿਆਲ ਸਾਨੂੰ ਖੁਦਾ ਤੋਂ ਦੂਰ ਕਰਦੇ, ਉਹਨਾਂ ਖਿਆਲਾਂ ਨੂੰ ਕੱਟਣ ਦੀ ਲੋੜ ਆ। ਬਿਲਕੁਲ ਐਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਯਹੋਨਾ ਦੀ ਅੰਜੀਲ ਦੇ ਵਿੱਚ ਪੜ੍ਹਿਆ ਹੈ ਕਿ ਜਿਹੜੀ ਟਾਹਣੀ ਫਲ ਨਹੀਂ ਦਿੰਦੀ, ਜਿਹੜੀ ਟਾਹਣੀ ਮੇਰੇ ਵਿੱਚ ਹੋ ਕੇ ਫਲ ਨਹੀਂ ਦਿੰਦੀ, ਅਤੇ ਉਹਨੂੰ ਲਾ ਸੁੱਟਦਾ ਹੈ। ਹਰੀਕ ਜੋ ਫਲ ਦਿੰਦੀ ਉਹਨੂੰ ਛਾਂਗ ਦਿੰਦਾ। ਫਿਰ ਦੇਖੋ ਜਿਹੜੀ ਫਲ ਦਿੰਦੀ ਉਹਨੂੰ ਵੀ ਛਾਂਗਦਾ। ਸੋ ਅਸੀਂ ਜਦੋਂ ਖੁਦਾ ਦੇ ਰਾਹ ਦੇ ਉੱਤੇ ਚੱਲ ਰਹੇ ਹੁੰਦੇ ਹਾਂ ਤਾਂ ਵੀ ਖੁਦਾ ਸਾਨੂੰ ਕਰੈਕਟ ਕਰਦਾ ਹੈ ਕਿ ਨੋਟ ਦਿਸ ਵੇ ਦੈਟ ਵੇ, ਕਿ ਇਸ ਤਰੀਕੇ ਨਾਲ ਨਹੀਂ, ਇਸ ਤਰੀਕੇ ਨਾਲ, ਕਿਉਂਕਿ ਉਹ ਸਾਨੂੰ ਇਸੇ ਕਰਕੇ ਛਾਂਗਦਾ ਹੈ ਕਿ ਅਸੀਂ ਭਰਪੂਰ ਫਲ ਦੇ ਸਕੀਏ। ਮੈਂ ਕੁਛ ਚੀਜ਼ਾਂ ਇੰਡੀਆ ਵਿੱਚ ਪੜ੍ਹਦਿਆਂ ਦੇਖੀਆਂ ਸੀਗੀਆਂ ਕਿ ਉੱਥੇ ਜਿਹੜੇ ਦਰੱਖਤਾਂ ਨੂੰ ਉਸ ਤਰੀਕੇ ਨਾਲ ਨਹੀਂ ਛਾਂਗਿਆ ਜਾਂਦਾ ਜਿਸ ਤਰੀਕੇ ਦੇ ਕਿ ਉਹਨਾਂ ਦੀ ਇੱਕ ਬੜੀ ਅੱਛੀ ਜਿਹੀ ਮਤਲਬ ਸ਼ੇਪ ਬਣ ਜਾਏ। ਪਰ ਮੈਂ ਇੰਗਲੈਂਡ ਦੇ ਵਿੱਚ ਤੁਸੀਂ ਕੋਈ ਵੀ ਦਰੱਖਤ ਦੇਖ ਲਓਗੇ ਨਾ, ਘਰਾਂ ਦੇ ਮੂਹਰੇ ਗਵਰਨਮੈਂਟ ਰਿਸਪੋਂਸੀਬਿਲਿਟੀ ਲੈ ਲੈਂਦੀ ਕਿ ਉਹਨਾਂ ਨੇ ਮਤਲਬ 10-15 ਗਜ਼ ਤੋਂ ਬਾਅਦ ਇੱਕ ਦਰੱਖਤ ਲਾਉਣਾ ਹੁੰਦਾ, ਅਤੇ ਉਸ ਦਰੱਖਤ ਨੂੰ ਉਹਨਾਂ ਨੇ ਆਪੇ ਹੀ ਰਿਸਪੋਂਸੀਬਿਲਿਟੀ ਉਹਨਾਂ ਦੀ ਹੈ ਕਿ ਉਹਨਾਂ ਨੇ ਆ ਕੇ ਉਹਨੂੰ ਪਾਣੀ ਵੀ ਲੈਣਾ, ਉਹਨਾਂ ਨੂੰ ਛਾਂਗ ਦੇਣਾ, ਅਤੇ ਉਹਨੂੰ ਇੱਕ ਉਹਦੀ ਸ਼ੇਪ ਦੇਣੀ ਬਹੁਤ ਅੱਛੀ, ਕਿ ਉਹ ਦਰੱਖਤ ਜਿਹੜਾ ਹੈ ਨਾ ਉਹ ਬਹੁਤ ਪਿਆਰੀ ਲੁੱਕ ਉਹਦੀ ਆ, ਉਹ ਅੱਛੀ ਸ਼ੇਪ ਦਿੰਦਾ ਹੈ। ਅਤੇ ਇਸ ਤਰੀਕੇ ਦੇ ਨਾਲ ਜੇ ਅਗਰ ਦੁਨਿਆਵੀ ਦਰੱਖਤ ਨੂੰ ਅੱਛੇ ਤਰੀਕੇ ਨਾਲ ਛਾਂਗੇ ਜਾਣ ਦੀ ਲੋੜ ਹੈ ਕਿ ਉਹਦੀ ਲੁੱਕ ਵੀ ਬਿਊਟੀਫੁਲ ਹੋਵੇ ਅਤੇ ਉਹ ਅੱਛੇ ਤਰੀਕੇ ਦੇ ਨਾਲ ਜਿਹੜਾ ਨਾ ਉਹ ਨਜ਼ਰ ਆਵੇ, ਅਤੇ ਸਾਨੂੰ ਕਿੰਨਾ ਜ਼ਿਆਦਾ ਉਹਦੇ ਮਤਲਬ ਖੁਦਾ ਬਾਪ ਜਿਹੜਾ ਛਾਂਗਦਾ ਕਿ ਅਸੀਂ ਅੱਛੀ ਤਰੀਕੇ ਦੇ ਨਾਲ ਮਤਲਬ ਕੰਮ ਸਾਰਾ ਖੁਦਾ ਦੀ ਹਜ਼ੂਰ ਦੇ ਵਿੱਚ ਉਸੇ ਤਰੀਕੇ ਨਾਲ ਕਰ ਸਕੀਏ। ਐਂਡ there's no excuse for failing to conquer in life, since the sap of the true vine flow through us in order to reveal the glory of both the vine dresser and the vine to this word. ਹੁਣ ਅਸੀਂ ਕੋਈ ਵੀ ਇਹ ਬਹਾਨਾ ਨਹੀਂ ਲਾ ਸਕਦੇ ਕਿ ਜੀ ਮੈਨੂੰ ਤਾਂ ਮੈਂ ਤੇ ਨਹੀਂ ਤਰੱਕੀ ਕਰ ਸਕਦਾ ਖੁਦਾ ਦੇ ਵਿੱਚ, ਕਿਉਂਕਿ ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ, ਮੈਂ ਨਹੀਂ ਤਰੱਕੀ ਕਰ ਸਕਦਾ, ਮੈਨੂੰ ਲਿਖਣਾ ਨਹੀਂ ਆਉਂਦਾ, ਮੈਂ ਨਹੀਂ ਤਰੱਕੀ ਕਰ ਸਕਦਾ, ਮੇਰੀ ਤਾਂ ਹਾਈਟ ਬਹੁਤ ਲੰਬੀ ਆ, ਜਾਂ ਮੇਰੀ ਹਾਈਟ ਬਹੁਤ ਛੋਟੀ ਆ, ਮੈਂ ਬਹੁਤ ਮੋਟਾ ਆ, ਮੈਂ ਬਹੁਤ ਪਤਲਾ ਆ, ਤਾਂ ਜਾਂ ਮੇਰਾ ਨੱਕ ਬੜਾ ਮੋਟਾ, ਜਾਂ ਮੇਰੇ ਬੁੱਲ ਬੜੇ ਛੋਟੇ। ਨਹੀਂ, ਖੁਦਾ ਕਹਿੰਦਾ ਮੈਂ ਤੁਹਾਡੀ ਅੰਗ ਦੇ ਵਿੱਚੋਂ ਮੈਂ ਤੁਹਾਡੇ ਗੁੱਦੇ ਦੇ ਵਿੱਚੋਂ, ਮੈਂ ਤੁਹਾਡੀਆਂ ਨਾੜਾਂ ਦੇ ਵਿੱਚੋਂ ਦੀ ਗੁਜ਼ਰ ਰਿਹਾ ਹਾਂ, ਅਤੇ ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈਗਾ ਕਿ ਤੁਸੀਂ ਮੇਰੇ ਨਾਂ ਦੇ ਉੱਤੇ ਕੁਛ ਕੌਂਕਰ ਨਾ ਕਰ ਸਕੋ, ਕੁਛ ਹਾਸਿਲ ਨਾ ਕਰ ਸਕੋ। The Holy Spirit come to replace His Son Jesus to continue His work with glorify Him, and His ministry is just active. The only difference between the ministry of the Holy Spirit and ministry of the Lord Jesus is that the Spirit reveals Himself spiritually while the Lord Jesus appeared in a physical body. However, the work of the Holy Spirit is the work of the Lord Jesus. His will is the will of the Lord Jesus Christ. ਹੁਣ ਅਸੀਂ ਦੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਦੁਨੀਆ ਦੇ ਉੱਤੇ ਇਸੇ ਕਰਕੇ ਸਰੀਰ ਦੇ ਵਿੱਚ ਆਇਆ ਕਿ ਉਹ ਸਾਨੂੰ ਸਰੀਰਕ ਦੁਨੀਆ ਦੇ ਵਿੱਚ ਰਹਿਣ ਲਈ ਦੱਸ ਸਕੇ ਕਿ ਉਹ ਸਰੀਰਕ ਹੁੰਦੇ ਹੋਏ ਵੀ ਖੁਦਾ ਦੇ ਵਿੱਚ ਕਿਸ ਤਰ੍ਹਾਂ ਰਿਹਾ ਜਾ ਸਕਦਾ ਆ। ਇਹ ਇੱਕ ਚੇਂਜ ਆ, ਇੱਕ ਚੈਲੰਜ ਆ, ਐ ਨਹੀਂ ਆ ਕਿ ਸੌਖਾ ਆ, ਮੇਰੇ ਲਈ ਵੀ ਚੈਲੰਜ ਆ। ਜਦੋਂ ਮੈਂ ਦੇਖਦੀ ਹਾਂ ਕਿ ਘਰ ਦੇ ਸਾਰੇ ਲੋਕ ਫੋਨ ਦੇ ਉੱਤੇ ਫੜ ਕੇ ਖੜੇ ਆ, ਕਿ ਹਰ ਇੱਕ ਫੋਨ ਦੇ ਉੱਪਰ ਚੀਜ਼ਾਂ ਰੱਖੀ ਜਾ ਰਿਹਾ, ਚੀਜ਼ਾਂ ਨੂੰ ਦੇਖੀ ਜਾ ਰਿਹਾ, ਟਿਕਟੋਕ ਬਣਾਈ ਜਾ ਰਿਹਾ, ਬੱਚਿਆਂ ਨੂੰ ਵਾਰ-ਵਾਰ ਤਸਵੀਰਾਂ ਪਾਈ ਜਾ ਰਿਹਾ, ਐਂਡ ਉਹਦੇ ਨਾਲ ਮੇਰੇ ਕੋਲ ਰਿਸਪੋਂਸੀਬਿਲਿਟੀ ਹੈ ਇੱਕ ਚੇਂਜ ਲੈ ਕੇ ਆਉਣ ਦੀ। ਹੁਣ ਜਿਹੜਾ ਪਰਸਨ ਇੱਕ ਚੇਂਜ ਲੈ ਕੇ ਆਉਂਦਾ ਉਹਨੂੰ ਆ ਸਾਰਾ ਕੁਝ ਬਰਦਾਸ਼ਤ ਕਰਨਾ ਪਏਗਾ, ਜਿਸ ਤਰ੍ਹਾਂ ਕਿ ਮੈਨੂੰ ਆ ਸਾਰਾ ਕੁਝ ਬਰਦਾਸ਼ਤ ਕਰਨਾ ਪੈਂਦਾ, ਜਿਸ ਤਰ੍ਹਾਂ ਖੁਦਾਵਾਂ ਦੇ ਖੁਦਾ ਨੇ ਉਹਨਾਂ ਲੋਕਾਂ ਨੂੰ ਬਰਦਾਸ਼ਤ ਕੀਤਾ ਜਿਹੜੇ ਲੋਕ ਜਿਹੜੇ ਆ ਉਹ ਉਹਨਾਂ ਨੂੰ ਮਜ਼ਾਕ ਕਰ ਰਹੇ ਸੀ ਕਿ ਮਸੂਲੀਆਂ ਦਾ ਯਾਰ, ਕੰਜਰੀਆਂ ਦਾ ਯਾਰ। ਕਿੱਡੀ ਗਲਤ ਚੀਜ਼ ਸੁਣਨ ਨੂੰ ਮਿਲੀ ਖੁਦਾਵੰਦ ਦੇ ਪਿਆਰੇ ਕੰਨਾਂ ਨੂੰ, ਉਹ ਕੰਨਾਂ ਨੂੰ ਜਿਹੜੇ ਮਤਲਬ ਹਮੇਸ਼ਾ ਲੋਕਾਂ ਦੀਆਂ ਤਕਲੀਫਾਂ ਸੁਣਦੇ ਸੀਗੇ, ਜਿਨ੍ਹਾਂ ਨੇ ਸੁਣ ਕੇ ਇਸ ਦੁਨੀਆ ਦੇ ਉੱਤੇ ਆਉਣਾ ਚਾਹਿਆ ਕਿ ਮੇਰੇ ਲੋਕ ਜਿਹੜੇ ਖੁਦਾ ਨਾਲ ਰਿਸ਼ਤਾ ਜਿਨ੍ਹਾਂ ਦਾ ਟੁੱਟ ਚੁੱਕਿਆ ਉਹਨੂੰ ਜੋੜਨ ਲਈ ਮੈਂ ਆਪਣੀ ਸੈਕਰੀਫਾਈਸ ਜ਼ਿੰਦਗੀ ਦਾ ਦੇਣ ਜਾ ਰਿਹਾ, ਐਂਡ ਉਹਨਾਂ ਨੂੰ ਆ ਲਫ਼ਜ਼ਾਂ ਨੂੰ ਸੁਣਨਾ ਪਿਆ। ਅਗਰ ਅਸੀਂ ਉਹਦੇ ਪੈਰੋਕਾਰ ਤੇ ਸਾਨੂੰ ਆ ਚੀਜ਼ਾਂ ਸਾਡੇ ਜਿਸਮ ਵਿੱਚੋਂ ਵੀ ਗੁਜ਼ਰਨਗੀਆਂ, ਐਂਡ ਸਾਡੀ ਸੋਚ ਵਿੱਚੋਂ ਵੀ ਗੁਜ਼ਰਨਗੀਆਂ, ਐਂਡ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਗੁਜ਼ਰਨਾ ਪਏਗਾ। Whatever
whoever wants to be used by the Holy Spirit must do what the Lord Jesus command in this his word. But to practice the word of the Lord Jesus, we need to be born of the Holy Spirit and be given supernatural faith which comes from him. ਜਿਹੜਾ ਵੀ ਕੋਈ ਖੁਦਾਵੰਦ ਦੀ ਰੂਹ ਦੇ ਬਾਰੇ ਦੇ ਥਰੂ ਯੂਜ਼ ਕਰਨਾ ਚਾਹੁੰਦਾ ਹੈ, ਉਹਦੇ ਬਚਨ ਦੀ ਵਰਤੋਂ ਦਾ ਕਾਰਨ ਬਣਨਾ ਚਾਹੁੰਦਾ ਹੈ, ਉਹਨੂੰ ਇਹ ਜ਼ਰੂਰ ਪ੍ਰੈਕਟਿਸ ਕਰਨਾ ਪਏਗਾ ਵਚਨ, ਐਂਡ ਉਹਨੂੰ ਕਸਰਤ ਨਾਲ ਪ੍ਰੈਕਟਿਸ ਕਰਨਾ ਪਏਗਾ, ਐਂਡ ਉਹਨੂੰ ਪਾਕ ਰੂਹ ਦੇ ਵਿੱਚੋਂ ਜਨਮ ਲੈਣਾ ਪਏਗਾ ਤਾਂ ਕਿ ਉਹ ਜਿਹੜੀ ਅਤਿਅੰਤ ਮਹਾਨ ਜਿਹੜਾ ਯਕੀਨ ਹੈ, ਸੁਪਰਨੈਚੁਰਲ ਯਕੀਨ ਜਿਹੜਾ ਉਹਦੇ ਵਿੱਚੋਂ ਹਾਸਲ ਕਰ ਸਕੇ। ਹੁਣ ਤੁਸੀਂ ਸੁਪਰਨੈਚੁਰਲ ਜਿਹੜਾ ਯਕੀਨ ਆ ਉਹਦੇ ਬਾਰੇ 'ਚ ਮੈਂ ਤੁਹਾਨੂੰ ਇੱਕ ਸਿਨਾਰੀਓ ਛੋਟਾ ਜਿਹਾ ਦੱਸਦੀ ਜਾਵਾਂ ਕਿ ਜਦੋਂ ਤੁਸੀਂ ਖੁਦਾਵਾਂ ਦੇ ਖੁਦਾ ਉੱਤੇ ਯਕੀਨ ਕਰਦੇ ਆ ਤਾਂ ਤੁਸੀਂ ਫਿਰ ਡਰਦੇ ਨਹੀਂ ਕਿ ਕੀ ਹੁਣ ਜਿਸ ਤਰ੍ਹਾਂ ਦਾ ਇਸ ਵੇਲੇ ਚੱਲ ਰਿਹਾ ਆ ਸੀਜ਼ਨ, ਉਸ ਸੀਜ਼ਨ ਦੇ ਵਿੱਚ ਆਮ ਲੋਕੀ ਜਿਹੜੇ ਆ ਉਹ ਘਰੋਂ ਬਾਹਰ ਨਿਕਲਣਾ ਨਹੀਂ ਪਸੰਦ ਕਰਦੇ। ਉਹ ਡਰ ਦੇ ਨਾਲ ਕੁਛ ਲੋਕੀ ਜਿਹੜੇ ਉਹਨਾਂ ਨੇ ਸੁਸਾਈਡ ਕਰ ਲਿਆ, ਆਪਣੇ ਫਾਹੇ ਲੈ ਲਏ ਕਿ ਅਸੀਂ ਕਰੋਨਾ ਦੇ ਨਾਲੋਂ ਮਰਨ ਦੀ ਬਜਾਏ ਅਸੀਂ ਫਾਹਾ ਲੈ ਕੇ ਮਰ ਜਾਣਾ। ਪਰ ਜਿਹੜਾ ਸੁਪਰਨੈਚੁਰਲ ਫੇਥ ਆ, ਖੁਦਾਵਾਂ ਦਾ ਖੁਦਾ ਨੇ ਸਾਨੂੰ ਆਤਮ ਮਹਾਨ ਨੇ ਜਿਹੜੀ ਜ਼ਿੰਦਗੀ ਦਿੱਤੀ ਆ, ਉਹਦੇ ਵਿੱਚ ਹੈਗਾ ਕਿ ਮੌਤ ਉੱਤੇ ਵੀ ਖੁਦਾਵੰਦ ਨੇ ਫਤਿਹ ਹਾਸਲ ਕੀਤੀ ਆ। ਉਹਨੇ ਮੌਤ ਦੀ ਉਹਨੂੰ ਡੰਗ ਮਾਰਿਆ ਹੈ, ਮੌਤ ਨੂੰ ਕਿਹਾ ਕਿ ਤੇਰਾ ਮੇਰੇ ਉੱਤੇ ਕਿਉਂ ਨਹੀਂ ਜ਼ੋਰ ਚੱਲਦਾ। ਜਦੋਂ 3 ਦਿਨਾਂ ਬਾਅਦ ਖੁਦਾਵੰਦ ਯਿਸੂ ਮਸੀਹ ਕਬਰ ਦੇ ਵਿੱਚੋਂ ਉੱਠ ਕੇ ਆ ਗਏ ਆ, ਜਦੋਂ ਮੈਰੀ ਮਗਦਲੀਨੀ ਨੂੰ ਨਜ਼ਰ ਆਇਆ ਤੇ ਉਹ ਰੂਹ ਜਿਹੜੀ ਖੁਦਾਵੰਦ ਯਿਸੂ ਮਸੀਹ ਨੇ ਉਸ ਵੇਲੇ ਉਸ ਜਿਸਮ ਵਿੱਚੋਂ ਬਾਹਰ ਨਿਕਲ ਕੇ ਜਿਹਦੀ ਮਦਦ ਦੇ ਨਾਲ ਉਹ ਪਾਕ ਰੂਹ ਅੱਜ ਸਾਡੇ ਅੰਦਰ ਦੌੜਦਾ, ਸਾਡੀਆਂ ਨਾੜਾਂ ਦੇ ਵਿੱਚ ਦੌੜਦਾ, ਸਾਡੇ ਇੱਕ ਸਾਹ ਦੇ ਵਿੱਚ ਦੌੜਦਾ, ਸਾਡੀ ਇੱਕ ਸੋਚ ਦੇ ਵਿੱਚ ਦੌੜਦਾ। ਪਰ ਉਦੋਂ ਜਦੋਂ ਅਸੀਂ ਦੁਨੀਆਦਾਰੀ ਦੇ ਸਾਰੀਆਂ ਝਮੇਲਿਆਂ ਨੂੰ, ਮਸਲਿਆਂ ਨੂੰ ਇੱਕ ਪਾਸੇ ਕਰਕੇ ਆਪਣੇ ਆਪ ਨੂੰ ਖੁਦਾਵੰਦ ਦੇ ਖੁਦਾ ਦੇ ਵਿੱਚ ਉਸ ਸੁਪਰਨੈਚੁਰਲ ਫੇਥ ਦੇ ਰਾਹੀਂ, ਅਗਰ ਕੋਈ ਅੱਜ ਕਹਿੰਦਾ ਵੀ ਹੈ ਕਿ ਫਲਾਂ ਪਰਸਨ ਜਿਹੜਾ ਕਹਿੰਦਾ ਹੈ ਕਿ ਅਗਰ ਤੁਸੀਂ ਇੱਥੇ ਨਹੀਂ ਆਉਂਦੇ ਤਾਂ ਆ ਹੋ ਜਾਂਦਾ, ਤੁਸੀਂ ਕਹਿੰਦੇ ਹਾਂ ਮੈਂ ਖੁਦਾ ਦੇ ਵਿੱਚ ਮੈਨੂੰ ਮਰਨਾ ਮਨਜ਼ੂਰ ਹੈ ਪਰ ਮੈਨੂੰ ਝੂਠ ਦੇ ਵਿੱਚ ਜ਼ਿੰਦਾ ਰਹਿਣਾ ਮਨਜ਼ੂਰ ਨਹੀਂ। Why did the Lord Jesus began to earthly ministry before his age of 30? Why did he put the end to people's suffering by performing miracles before he was anointed? Because he had not yet been anointed by the Holy Spirit. Though he was born of God, he did not have the seal or mark that would identify him as someone get apart from the word. This anointing is seal the God's power, supernatural faith. ਜੀ, ਜਿਸ ਤਰ੍ਹਾਂ ਮੈਂ ਸੁਪਰਨੈਚੁਰਲ ਫੇਥ ਦੇ ਬਾਰੇ ਤੁਹਾਨੂੰ ਦੱਸਿਆ ਕਿਹਾ ਕਿ ਕਿਉਂ ਖੁਦਾਵਾਂ ਦੇ ਖੁਦਾ ਨੂੰ ਇਸ ਦੁਨੀਆ ਦੇ ਉੱਤੇ ਜਦੋਂ ਮਿਨਿਸਟਰੀ ਉਹਨਾਂ ਨੇ ਕੀਤੀ, ਉਹਨੂੰ 30 ਸਾਲਾਂ ਦੀ ਉਮਰ ਲੱਗ ਗਈ। ਇੱਥੋਂ ਤੱਕ ਕਿ ਇੱਕ ਵਾਰੀ ਸਾਨੂੰ ਯਾਦ ਆ ਨਾ ਕਾਨਾ ਗਲੀਲ ਦਾ ਜਿਹੜਾ ਕਿੱਸਾ ਆ, ਉਹਦੇ ਵਿੱਚ ਸੱਚਾਈ ਆ, ਕਿੱਸਾ ਨਹੀਂ ਆ, ਕਿੱਸਾ ਤਾਂ ਐਕਚੁਅਲੀ ਹੁੰਦਾ ਜਿਹੜੀ ਕਹਾਣੀ ਹੋਵੇ, ਪਰ ਉਹ ਸੱਚਾਈ ਜਿਹਦੇ ਵਿੱਚ ਖੁਦਾ ਕਹਿੰਦੇ ਆ ਕਿ ਮੈਨੂੰ ਤਾਂ ਹਜੇ ਮੇਰਾ ਟਾਈਮ ਨਹੀਂ ਹਜੇ ਆਇਆ, ਤੇ ਪਰ ਮਦਰ ਜਿਹੜੀ ਉਹਨਾਂ ਦੀ ਮਾਮਾ ਆ ਮਦਰ ਮੈਰੀ, ਉਹ ਕਹਿੰਦੀ ਆ ਕਿ ਇਹਨੂੰ ਤੁਸੀਂ ਕਹਿ ਦਿਓ ਤੇ ਜੇ ਤੁਸੀਂ ਇਹਨੂੰ ਕਹੋਗੇ ਤੇ ਕਰ ਦੇਗਾ, ਕਿਉਂਕਿ ਉਹਨੂੰ ਜਾਣਦੀ ਆ, ਕਿਉਂਕਿ ਉਹਨਾਂ ਨੇ ਹੋਰ ਮਿਰੇਕਲਸ ਬਹੁਤ ਹੁੰਦੇ ਦੇਖੇ ਹੋਣਗੇ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ। ਜਦੋਂ ਮੈਂ ਯਰੂਸ਼ਲਮ ਵਿੱਚ ਮੈਨੂੰ ਮੌਕਾ ਮਿਲਿਆ ਜਾਣ ਦਾ ਤੇ ਮੈਨੂੰ ਸਿੱਖਣ ਦਾ ਉੱਥੇ ਇਹ ਵੀ ਮੌਕਾ ਮਿਲਿਆ ਕਿ ਜਦੋਂ ਕੱਪੜੇ ਧੋਂਦੇ ਸੀ ਨਾ ਉਹਨਾਂ ਦੇ, ਤੇ ਮੈਨੂੰ ਕਿਸੇ ਤੋਂ ਇਹ ਇਨਫੋਰਮੇਸ਼ਨ ਮਿਲੀ ਕਿ ਉਹਨਾਂ ਦੇ ਜਿਹੜੇ ਕੱਪੜਿਆਂ ਦਾ ਪਾਣੀ ਸੀ ਉਹ ਜਿਹਦੇ ਉੱਤੇ ਛਿੱਟੇ ਪੈਂਦੇ ਸੀ ਉਹ ਲੋਕੀ ਹੀਲ ਹੋ ਜਾਂਦੇ ਸੀ। ਸੋ ਉਹਨਾਂ ਦੀ ਜ਼ਿੰਦਗੀ ਵਿੱਚ ਪਹਿਲੇ ਵੀ ਆਹ ਕੰਮ ਚੱਲਦਾ ਸੀ, ਪਰ ਇਹ ਕਿ ਫਿਰ ਵੀ ਉਹਨਾਂ ਨੂੰ ਪਾਕ ਰੂਹ ਦੀ ਮਦਦ ਚਾਹੀਦੀ ਸੀਗੀ, ਕਿਉਂਕਿ ਉਹਨਾਂ ਨੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਦਾ ਐਂਡ ਕਰਨਾ ਸੀ। ਜਿਹੜੇ ਮਤਲਬ ਜਿਹੜੇ ਕਾਫੀ ਜਿੰਨੇ ਵੀ ਮਿਰੇਕਲਸ ਜਿਹੜੇ ਮੋਜ਼ੇ ਹੁੰਦੇ ਸੀਗੇ ਉਹ ਮੋਜ਼ੇ ਹੋਣੇ ਸੀ, ਪਰ ਉਹਨਾਂ ਨੂੰ ਪਾਕ ਰੂਹ ਦੀ ਅਨੋਇਟੀ ਜ਼ਰੂਰੀ ਸੀ, ਜਿਹਦੇ ਲਈ ਤਾਂ ਹਾਲਾਂਕਿ ਉਹ ਪਿਤਾ ਤੋਂ ਆਏ ਸੀ, ਪਿਤਾ ਦੇ ਪਾਕ ਰੂਹ ਦੇ ਰਾਹੀਂ ਜਨਮਿਆ ਸੀ, ਪਰ ਫਿਰ ਵੀ ਉਹਨਾਂ 'ਤੇ ਇੱਕ ਜਿਹੜੀ ਮੋਹਰ ਤੇ ਮਾਰਕ ਜਿਹਨੂੰ ਇਹ ਆਇਡੈਂਟੀਫਾਈ ਹੋ ਕਿ ਇਸ ਦੁਨੀਆ 'ਚ ਹੁੰਦਾ ਹੋਇਆ ਵੀ ਖੁਦਾਵੰਦ ਯਿਸੂ ਮਸੀਹ ਜਿਹੜਾ ਉਹ ਖੁਦਾਈ ਕੰਮ ਕਰਦਾ ਹੈ, ਤੇ ਇਹ ਖੁਦਾ ਦੀ ਜਿਹੜੀ ਪਾਵਰ ਆ, ਇਹ ਹੀ ਸੁਪਰਨੈਚੁਰਲ ਫੇਥ ਆ ਕਿ ਅਗਰ ਅਸੀਂ ਉਹਦੀ ਪਾਵਰ ਦੇ ਵਿੱਚ ਆ, ਉਹਦੀ ਅਸੀਂ ਰੂਹ ਦੇ ਵਿੱਚ ਆ, ਤੇ ਅਸੀਂ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਏ ਵੀ, ਇਸ ਦੁਨੀਆ ਦੇ ਵਿੱਚ ਚੱਲਦੇ ਹੋਏ ਵੀ ਉਸ ਰੂਹ ਦੀ ਮਦਦ ਦੇ ਨਾਲ ਖੁਦਾ ਦੀ ਮਰਜ਼ੀ ਦੇ ਵਿੱਚ ਚੱਲਦੇ ਹੋਏ ਖੁਦਾ ਦੇ ਕੰਮ ਅਸੀਂ ਕਰਦੇ ਹਾਂ। The Holy Spirit came to glorify Lord Jesus. Therefore, whenever the Christian receive his seal, also receive spiritual power that identify him as a person of God, one who is set apart from the word, and this power is supernatural faith. When the prophet Isaiah spoke about the Lord Jesus Christ, saying whatever he said in
ਚੈਪਟਰ 61 ਵਰਸ 1 ਕਿ ਪਾਕ ਰੂਹ ਜਦੋਂ ਆਇਆ ਹੋਲੀ ਸਪਿਰਿਟ ਉਹ ਖੁਦਾਵੰਦ ਯਿਸੂ ਮਸੀਹ ਦੇ ਨਾਂ ਨੂੰ ਹੀ ਵਡਿਆਉਣ ਵਾਸਤੇ ਆਇਆ। ਜਦੋਂ ਕੋਈ ਖੁਦਾ ਦੇ ਜਿਹੜੇ ਮੱਸਾ ਕੀਤੇ ਹੋਏ ਲੋਕ ਆ ਉਹਦੀ ਮੋਹਰ ਜਿਹੜੀ ਉਹਨਾਂ 'ਤੇ ਲੱਗ ਲੈਂਦੇ ਆ, ਜਦੋਂ ਉਹ ਪਾਕ ਰੂਹ ਤੋਂ ਜਨਮ ਲੈ ਲੈਂਦੇ ਆ ਤੇ ਫਿਰ ਉਹ ਖੁਦਾ ਦੇ ਬੱਚੇ ਬੱਚੀਆਂ ਖੁਦਾਵੰਦ ਯਿਸੂ ਮਸੀਹ ਦੇ ਬੱਚੇ ਬੱਚੀਆਂ ਨਜ਼ਰ ਆਉਂਦੇ ਆ ਤੇ ਫਿਰ ਉਹ ਇਸ ਦੁਨੀਆ ਤੋਂ ਅਲੱਗ ਕਰ ਦਿੱਤੇ ਜਾਂਦੇ ਆ। ਇਸ ਦੁਨੀਆ ਤੋਂ ਅਲੱਗ ਕਰ ਦਿੱਤੇ ਜਾਣਾ ਤੇ ਖੁਦਾ ਦੇ ਵਿੱਚ ਵਰਤੇ ਜਾਣਾ ਹੀ ਸੁਪਰਨੈਚੁਰਲ ਫੇਥ ਅਗਾਉਂਦਾ, ਮਤਲਬ ਯਕੀਨਨ ਕੁਦਰਤੀ ਜਿਹੜਾ ਮਹਾਨ ਕੁਦਰਤੀ ਯਕੀਨ ਜਿਹੜਾ ਖੁਦਾ ਦੇ ਵਿੱਚ ਕੁਦਰਤ ਤੋਂ ਉੱਪਰ ਉੱਚਾ ਉੱਠਿਆ ਹੋਇਆ ਯਕੀਨ, ਜਿਹੜਾ ਕਿ ਜਿਹਦੇ ਬਾਰੇ 'ਚ ਕਿ ਯਸਾਇਆ ਨਬੀ ਨੇ ਬੋਲ ਕੇ ਜਿਹੜਾ 61 ਉਹਦਾ ਹੈਗਾ ਆ ਚੈਪਟਰ ਉਹਦੀ ਪਹਿਲੀ ਆਇਤ ਦੇ ਵਿੱਚ ਕਿਹਾ ਕਿ ਮੈਂ ਆਇਆ ਆ, ਮਤਲਬ ਜਿਹੜੇ ਨਮਰ ਦਿਲ ਉਹਨਾਂ ਨੂੰ ਤੇ ਜਿਹੜੇ ਟੁੱਟੇ ਦਿਲਾਂ ਵਾਲੇ ਉਹਨਾਂ ਨੂੰ ਜੋੜਨ ਵਾਸਤੇ ਆਇਆ। ਮੈਂ ਪਾਕਰੂ ਦੇ ਬਾਰੇ 'ਚ ਜਦੋਂ ਦੱਸਦੀ ਹਾਂ ਤੇ ਮੈਂ ਤੇਲ ਜਿਹੜਾ ਨਾ ਇਹ ਕਿਉਂਕਿ ਇਹ ਰੂਹ ਦੀ ਸਿੰਬਲ ਹੈਗੀ ਆ, ਮਤਲਬ ਇਹਦਾ ਸਾਨੂੰ ਅਨੋਇਟ ਕੀਤਾ ਜਾਣਾ, ਇਹਦੇ ਰਾਹੀਂ ਇਹਦਾ ਬਾਰ-ਬਾਰ ਜ਼ਿਕਰ ਐ ਮੈਂ ਜ਼ਰੂਰ ਕਰਨੀ। ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਅੱਜ ਇਹ ਬੇਨਤੀ ਵੀ ਕਰਦੀ ਜਾਵਾਂਗੀ ਕਿ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਇਸ ਵੇਲੇ ਸਤਾ ਰਹੀ ਆ, ਅਗਰ ਤੁਹਾਡਾ ਸਿਰ ਦੁਖ ਰਿਹਾ, ਤੁਹਾਨੂੰ ਬੁਖਾਰ ਆ, ਤੁਹਾਡੀਆਂ ਬੋਡੀ ਦੇ ਕਿਸੇ ਹਿੱਸੇ ਵਿੱਚ ਵੀ ਦਰਦ ਆ, ਤੁਸੀਂ ਇਸ ਵੇਲੇ ਮੈਂ ਤੁਹਾਡੇ ਲਈ ਦੁਆ ਕਰਨੀ ਆ। ਆਪਣੇ ਹੱਥਾਂ ਦੇ ਵਿੱਚ ਆ ਤੇਲ ਜਿਹੜਾ ਆ ਮੱਸਾ ਕੀਤੇ ਨੂੰ ਲੈ ਕੇ, ਤੇ ਤੁਸੀਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਤੇਲ ਪਿਆ ਹੋਵੇ ਉਹਨੂੰ ਆਪਣੇ ਹੱਥਾਂ ਵਿੱਚ ਲੈ ਕੇ ਤੁਸੀਂ ਇਹ ਦੁਆ ਕਰ ਸਕਦੇ। ਤੁਹਾਡੇ ਤੇਲ ਮੱਸਾ ਕੀਤਾ ਜਾਏਗਾ ਤੇ ਤੁਸੀਂ ਆਪਣੇ ਸਿਰਾਂ ਨੂੰ ਉਹਦੇ ਨਾਲ ਅਨੋਇਟ ਕਰ ਸਕਦੇ, ਆਪਣੇ ਜਿੱਥੇ ਤੁਹਾਡੇ ਦਰਦ ਹੋਵੇ ਉਹਦੇ ਨਾਲ ਅਨੋਇਟ ਕਰ ਸਕਦੇ, ਤੇ ਫੌਰਨ ਉਹ ਸੁਪਰਨੈਚੁਰਲ ਫੇਥ ਜਿਹਦੀ ਗੱਲ ਮੈਂ ਅੱਜ ਕੀਤੀ ਤੁਹਾਡੇ ਨਾਲ ਉਹ ਤੁਹਾਡੇ ਉੱਤੇ ਆਏਗਾ ਤੇ ਤੁਸੀਂ ਖੁਦਾ ਦੇ ਕੋਲੋਂ ਸ਼ਕਤੀ ਪਾਓਗੇ। कदूस 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 मेहरबान बाप ज़मीन आसमान बनाने वाले धरती तेरे पैर दी चौकी समान तेरा संगाशन इब्राहिम इसहाक याकूब दे खुदा मेरे सुन सिखदा बाप पिता खुदा तेरी पाक पवित्र ज़ुर्द में तेरे जिन्ने भी बच्चे बच्चियां देख रहे हैं इस वेले उन्होंने दे हत्थ विच खुदावंद जिन्होंने भी इस वेले अपने हत्थ विच अपने घर दे विच चुप्पिया कोई भी तेल खुदावंद कोई भी तेल जिहड़ा भी उन्होंने दे कोल है ले लिया खुदावंद उन्होंने तू मस्सा कर उन्होंने ब्लैस कर ताकि वो सुपरनैचुरल फेथ उन्होंने दी जिंदगी दे विच लैके आवे जिहड़े भी वो दर्द वाली चीज़ जगह है उन्होंने जो भी उन्होंने सिर दे उत्ते कुछ दर्द है जो भी सट है फेट आ वो उन्होंने ਜਾਂਦੀ ਰਵੇ ਕਿਉਂਕਿ ਸੁਪਰਨੈਚੁਰਲ ਫੇਥ ਖੁਦਾ ਉਹਨਾਂ ਦੇ ਵਿੱਚ ਤੇਰੇ ਉਸ ਅਨੋਇਟਿਡ ਰਾਹੀਂ ਆ ਜਾਵੇ ਤੇਰੇ ਕੋਲ ਮੰਗ ਕੇ ਤੇਰੇ ਜ਼ਿੰਦਾ ਜਲਾਲੀ ਯਿਸੂ ਨਾਸਰ ਦੇ ਵਿੱਚ ਆ ਬਲੈਸ ਈਚ ਐਂਡ ਐਵਰੀਬਾਡੀ ਵਿਦ ਦ ਅਥਾਰਟੀ ਆਫ ਲਾਰਡ ਜੀਸਸ ਕ੍ਰਾਈਸਟ ਆਮੀਨ 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 ਜੀ। ਮੈਂ ਸ਼ੁਕਰ ਕਰਦੀ ਹਾਂ ਕਿ ਖੁਦਾਵੰਦ ਨੇ ਅੱਜ ਫਿਰ ਬਹੁਤ ਆਪਣੀ ਬਖਸ਼ਿਸ਼ ਆਪਣੇ ਮੱਸੇ ਦੇ ਨਾਲ ਤੁਹਾਡੇ ਤੱਕ ਆਪਣੇ ਜਿਹੜਾ ਮਿਸਟਰੀ ਆਫ ਫੇਥ ਇਹਦੀਆਂ ਜਿਹੜੀਆਂ ਪਰਤਾਂ ਆ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਦੇਖਦੇ ਰਹੋ ਯਿਸੂ ਕੁਝ ਵੀ ਕਰ ਸਕਦਾ ਤੇ ਪਾਉਂਦੇ ਰਹੋ ਢੇਰੋਂ ਬਰਕਤ ਆਮੀਨ। ओ धन है